ਸਵਾਗਤ ਹੈ ਤੁਹਾਡਾ ਪੀਰੀ ਫਕੀਰੀ ਨੂਰ ਵਿੱਚ, ਜਿਸ ਵਿੱਚ ਅਸੀਂ ਤੁਹਾਨੂੰ ਪੀਰਾਂ ਫਕੀਰਾਂ ਦੇ ਕਲਮੇ, ਪੀਰਾਂ ਦੇ ਪਾਠ, ਜਪ, ਤਪ ਅਤੇ ਵਿਧੀ ਬਾਰੇ ਦੱਸਦੇ ਹਾਂ ਔਰ ਦੇਵੀ ਦੇਵਤਿਆਂ ਦੀ ਸਾਧਨਾ ਔਰ ਉਸ ਦੀ ਵਿਧੀ ਵਿਧਾਨ ਬਾਰੇ ਦੱਸਦੇ ਹਾਂ। ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਬਹੁਤ ਹੀ ਗੱਲ ਮਸ਼ਹੂਰ ਹੋਈ ਸੀ ਔਰ ਤੁਸੀਂ ਵੀ ਸੁਣੀ ਹੋਵੇਗੀ, ਕਿ ਅਕਸਰ ਸੁਣੀ ਹੋਵੇਗੀ ਫਕੀਰਾਂ ਦੀ ਸੰਗਤ ਵਿੱਚ, ਕਿ ਸੁਣੇ ਅੜੀਏ ਕੰਨ ਲਾ ਕੇ ਸੀਟੀ ਸੱਜਣਾ ਦੀ। ਸੋ ਇੱਕ ਕਵਾਲੀ ਵੀ ਸੀ ਔਰ ਆਪਾਂ ਇਸ ਵਿੱਚ ਅੱਜ ਗੱਲ ਕਰਾਂਗੇ ਕਿ ਸੀਟੀ ਕਿਹੜੀ ਹੈ, ਉਹ ਸੀਟੀ ਕਿਹੜੀ ਹੈ, ਕਿੱਦਾਂ ਸੁਣਦੀ ਹੈ ਔਰ ਕਿੱਥੇ ਵੱਜਦੀ ਹੈ। ਸੀਟੀ ਸੱਜਣਾ ਦੀ ਸੁਣੇ ਅੜੀਏ ਕੰਨ ਲਾ ਕੇ, ਇਸ ਸੀਟੀ ਦੀਆਂ ਗੱਲਾਂ ਸੁਣ ਸੁਣ ਮੂਰਖ ਕਰਦੇ ਹਾਸਾ, ਜਿਹੜੇ ਸਮਝਣ ਉਹ ਨਾ ਖੋਲ੍ਹਣ ਇਸ ਦਾ ਖੁਲਾਸਾ, ਛੱਡ ਕੇ ਤਖਤ ਮਲੰਗ ਹੋ ਜਾਂਦੇ ਹੱਥ ਵਿੱਚ ਫੜਦੇ ਕਾਸਾ, ਅਲੀ ਮੁਹੰਮਦਾ ਜਿਨ੍ਹਾਂ ਨੇ ਸਮਝੀ ਉਹ ਕਦ ਵੱਟਦੇ ਪਾਸਾ, ਸੀਟੀ ਦੇ ਵਿੱਚ ਰੰਗ ਹੈ ਸਾਰੇ, ਸੀਟੀ ਵਿਗੜੇ ਕਾਜ ਸਵਾਰੇ, ਵਿਛੜੇ ਯਾਰ ਮਿਲਾਵੇ ਸੀਟੀ, ਸੀਟੀ ਸੱਜਣਾ ਦੀ ਸੁਣੇ ਅੜੀਏ ਕੰਨ ਲਾ ਕੇ, ਸੀਟੀ ਸੱਜਣਾ ਦੀ। ਵਿਛੜੇ ਯਾਰ ਮਿਲਾਵੇ ਸੀਟੀ, ਸੀਟੀ ਸੱਜਣਾ ਦੀ। ਸੀਟੀ ਸੁਣ ਲਾ ਤੂੰ ਕੰਨ ਲਾ ਕੇ, ਵੇਖ ਇਸ਼ਕ ਦੀਆਂ ਰਮਜਾਂ ਪਾ ਕੇ, ਉਰਲੀਆਂ ਪਰਲੀਆਂ ਛੱਡਦੇ ਬਿੜਕਾਂ, ਖੋਲ੍ਹ ਯਾਰਾ ਕਲਮਾਂ ਦੀਆਂ ਛਿੜਕਾਂ, ਭਾਵੇਂ ਸੋਹਣਾ ਮਾਰੇ ਝਿੜਕਾਂ, ਬਹਿ ਜਾ ਸਿਦਕ ਮਨਾ ਕੇ, ਸੀਟੀ ਸੱਜਣਾ ਦੀ ਸੁਣੇ ਅੜੀਏ ਕੰਨ ਲਾ ਕੇ, ਸੀਟੀ ਸੱਜਣਾ ਦੀ। ਨੀ ਰਸਤੇ ਪੈ ਜਾਵੇਂਗੀ, ਨੀ ਰਸਤੇ ਪੈ ਜਾਵੇਂਗੀ, ਤੂੰ ਭੁੱਲ ਗਈ ਮੋੜ 'ਤੇ ਆ ਕੇ, ਸੀਟੀ ਸੱਜਣਾ ਦੀ ਸੁਣੇ ਅੜੀਏ ਕੰਨ ਲਾ ਕੇ, ਸੀਟੀ ਸੱਜਣਾ ਦੀ। ਸੋ ਉਹ ਜਿਹੜੀ ਸੀਟੀ ਹੈ ਉਹ ਕੀ ਹੈ? ਜੋ ਬੁੱਤ ਹੈ ਉਹ ਰੂਹ ਨੂੰ ਕਹਿ ਰਿਹਾ ਕਿ ਉਹ ਸੀਟੀ ਦੀ ਗੱਲ ਕਰ ਰਿਹਾ ਕਿ ਸੁਣੇ ਅੜੀਏ ਕੰਨ ਲਾ ਕੇ, ਸੀਟੀ ਸੱਜਣਾ ਦੀ। ਬੁੱਤ ਰੂਹ ਨੂੰ ਕਹਿ ਰਿਹਾ, ਜੋ ਆਪਣਾ ਸਰੀਰ ਹੈ ਇਹ ਆਪਣੀ ਆਤਮਾ ਨੂੰ ਕਹਿ ਰਿਹਾ ਹੈ ਕਿ ਸੁਣੇ ਅੜੀਏ ਕੰਨ ਲਾ ਕੇ, ਸੀਟੀ ਸੱਜਣਾ ਦੀ। ਜਦੋਂ ਇਨਸਾਨ ਭਗਤੀ ਕਰਦਾ ਹੈ, ਜਦੋਂ ਭਗਤੀ ਕਰਦਿਆਂ ਕਰਦਿਆਂ ਪਰਮਾਤਮਾ ਵਿੱਚ ਰੂਹ ਲੀਨ ਹੁੰਦੀ ਹੈ, ਤਾਂ ਜਦੋਂ ਹੌਲੀ ਹੌਲੀ ਉਹ ਆਪਣੀ ਭਗਤੀ ਦੇ ਉੱਪਰ ਉੱਠਦਾ ਜਾਂਦਾ ਹੈ, ਤਾਂ ਇੱਕ ਟਾਈਮ ਇਸ ਤਰ੍ਹਾਂ ਦਾ ਆਉਂਦਾ ਹੈ ਤਾਂ ਉਸਨੂੰ ਇੱਕ ਧੁਨ ਸੁਣਾਈ ਦਿੰਦੀ ਹੈ, ਇੱਕ ਗੂੰਜ ਸੁਣਾਈ ਦਿੰਦੀ ਹੈ। ਜਦੋਂ ਗੂੰਜ ਸੁਣਾਈ ਦਿੰਦੀ ਹੈ ਤਾਂ ਸਰੀਰ ਵਿੱਚ ਵਾਈਬ੍ਰੇਸ਼ਨ ਵੀ ਚੱਲਦੀ ਹੈ। ਸੋ ਉਸੇ ਗੂੰਜ ਨੂੰ, ਉਸੇ ਧੁਨ ਨੂੰ ਪੀਰਾਂ ਫਕੀਰਾਂ ਨੇ ਸੀਟੀ ਦਾ ਨਾਮ ਦਿੱਤਾ। ਉਸ ਨੂੰ ਸੀਟੀ ਕਿਹਾ ਗਿਆ ਹੈ ਕਿ ਸੁਣੇ ਅੜੀਏ ਕੰਨ ਲਾ ਕੇ, ਸੀਟੀ ਸੱਜਣਾ ਦੀ। ਸੋ ਇਹ ਸੀਟੀ ਆਮ ਬੰਦੇ ਨਹੀਂ ਸੁਣ ਸਕਦੇ। ਸੋ ਇਸ ਨੂੰ ਉਹੀ ਸੁਣ ਸਕਦਾ ਹੈ ਜੋ ਭਗਤੀ ਕਰਦਾ ਹੈ, ਜੋ ਆਪਣੇ ਮੁਰਸ਼ਿਦ ਨੂੰ ਯਾਦ ਕਰਦਾ ਹੈ, ਉਸ ਦਾ ਜਾਪ ਕਰਦਾ ਹੈ। ਸੋ ਜਾਪ ਕਰਦਿਆਂ ਕਰਦਿਆਂ ਆਪਣੇ ਅੰਦਰ ਇੱਕ ਪਾਵਰ ਪੈਦਾ ਹੁੰਦੀ ਹੈ। ਸੋ ਉਹ ਧਿਆਨ ਦੀ ਗੱਲ ਹੈ। ਸਾਨੂੰ ਧਿਆਨ ਲਾਉਣਾ ਪੈਂਦਾ ਹੈ, ਧਿਆਨ ਲਾਉਣਾ ਪੈਂਦਾ ਹੈ, ਜਿਸ ਨੂੰ ਸੁਰਤੀ ਵੀ ਕਹਿੰਦੇ ਹਨ। ਜਿੰਨੇ ਵੀ ਪੀਰ ਫਕੀਰ ਔਲੀਏ ਗੁਰੂ ਦੇਵੀ ਦੇਵਤੇ ਹੋਏ ਹਨ, ਉਹਨਾਂ ਨੇ ਵੀ ਜਾਪ ਕੀਤਾ ਹੈ ਔਰ ਜਾਪ ਕਰ ਕਰਕੇ ਹੀ ਉਹਨਾਂ ਦੇ ਅੰਦਰ ਜਿੰਨੀਆਂ ਵੀ ਸ਼ਕਤੀਆਂ ਸਨ ਪੈਦਾ ਹੋਈਆਂ ਸਨ। ਔਰ ਜਾਪ ਦਾ ਇਸ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ। ਜਾਪ ਤੁਸੀਂ ਪਰਮਾਤਮਾ ਦਾ, ਵਾਹਿਗੁਰੂ, ਓਮ, ਆਪਣੇ ਪੀਰ ਮੁਰਸ਼ਿਦ, ਉਹਨਾਂ ਦਾ ਨਾਮ ਜਪਦੇ ਹੋ। ਉਸੇ ਨਾਮ ਦਾ ਜੋ ਜਾਪ ਹੈ, ਸੋ ਸਾਨੂੰ ਅੰਤਰ ਧਿਆਨ ਹੋ ਕੇ ਕਰਨਾ ਪੈਂਦਾ ਹੈ, ਜਿਸ ਵਿੱਚ ਅੱਖਾਂ ਬੰਦ ਹੁੰਦੀਆਂ ਹਨ ਔਰ ਸਾਨੂੰ ਅੱਖਾਂ ਬੰਦ ਕਰਕੇ ਦੁਨੀਆਦਾਰੀ ਦੇ ਆਲੇ ਦੁਆਲੇ ਛੱਡ ਕੇ ਧਿਆਨ ਇੱਕ ਥਾਂ 'ਤੇ ਲੈ ਕੇ ਜਾਣਾ ਪੈਂਦਾ ਹੈ, ਇਕਾਗਰ ਕਰਨਾ ਪੈਂਦਾ ਹੈ। ਸੋ ਇਹ ਅਭਿਆਸ ਕਰ ਕਰਕੇ ਹੌਲੀ ਹੌਲੀ ਜਦੋਂ ਇਨਸਾਨ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚਦਾ ਹੈ, ਤਾਂ ਇੱਕ ਦਿਨ ਉਸ ਦਾ ਧਿਆਨ ਜਾਗਰਤ ਹੋ ਜਾਂਦਾ ਹੈ, ਉਸ ਦੀ ਸੁਰਤੀ ਖੁੱਲ੍ਹ ਜਾਂਦੀ ਹੈ, ਸੁਰਤੀ ਲੱਗਣ ਲੱਗ ਪੈਂਦੀ ਹੈ। ਸੋ ਇਹ ਭਗਤੀ ਦਾ ਮਕਾਮ ਹੈ। ਸੋ ਭਗਤੀ ਦੇ ਮਕਾਮ 'ਤੇ ਪਹੁੰਚ ਕੇ ਸੋ ਫਿਰ ਉਹ ਜਿਹੜੀ ਧੁਨੀ ਹੈ, ਸਾਨੂੰ ਉਹ ਜਿਹੜੀ ਧੁਨ
ਉਹ ਜਿਹੜੇ ਸਵਰ ਸੁਣਾਈ ਦਿੰਦੇ ਹਨ ਉਹ ਬਹੁਤ ਹੀ ਜ਼ਿਆਦਾ ਮਿੱਠੀ ਧੁਨੀ ਹੁੰਦੀ ਹੈ ਜੋ ਸੁਣਾਈ ਦਿੰਦੀ ਹੈ, ਔਰ ਉਸ ਨੂੰ ਸੁਣ ਕੇ ਇਨਸਾਨ ਨੂੰ ਬਹੁਤ ਹੀ ਜ਼ਿਆਦਾ ਆਨੰਦ ਮਿਲਦਾ ਹੈ। ਸੋ ਇਹ ਅੰਦਰ ਦੀ ਗੱਲਬਾਤ ਹੈ, ਅੰਦਰ ਹੀ ਇਨਸਾਨ ਦੇ ਸਭ ਕੁਝ ਹੈ, ਬਾਹਰਲੀ ਦੁਨੀਆਦਾਰੀ ਦਾ ਕੁਛ ਵੀ ਨਹੀਂ ਹੈ। ਜਿੰਨਾ ਵੀ ਪੂਰਾ ਬ੍ਰਹਿਮੰਡ ਇਨਸਾਨ ਦੇ ਅੰਦਰ ਹੈ, ਸੋ ਉਸ ਨੂੰ ਆਪਣੇ ਅੰਦਰੋਂ ਹੀ ਦੇਖਣਾ ਪੈਂਦਾ ਹੈ। ਸੋ ਦੇਖਣ ਵਾਸਤੇ ਉਹ ਅੱਖ ਚਾਹੀਦੀ ਹੈ, ਔਰ ਅੱਖ ਮੁਰਸ਼ਿਦ ਦੀ ਮਿਹਰ ਨਾਲ, ਉਹਨਾਂ ਦੀ ਰਹਿਮਤ ਨਾਲ, ਔਰ ਆਪਣੇ ਕਰਮ ਨਾਲ, ਆਪਣੀ ਮਿਹਨਤ ਨਾਲ, ਆਪਣੇ ਅਭਿਆਸ ਨਾਲ ਅਸੀਂ ਉਸ ਮੰਜ਼ਿਲ 'ਤੇ ਪਹੁੰਚਦੇ ਹਾਂ। ਬਿਨਾਂ ਮਿਹਨਤਾਂ ਤੋਂ ਕੁਛ ਵੀ ਨਹੀਂ ਹੈ। ਇਸ ਨੂੰ ਅਨਹਦ ਨਾਦ ਵੀ ਕਹਿੰਦੇ ਹਨ। ਸੋ ਇਸ ਨੂੰ ਅਨਹਦ ਨਾਮ ਤੋਂ ਕੁਛ ਲੋਕ ਵਾਕਫ ਹਨ, ਕੁਛ ਸੀਟੀ ਨਾਮ ਤੋਂ ਵਾਕਫ ਹਨ। ਪੀਰ ਫਕੀਰਾਂ ਨੇ ਇਹਨਾਂ ਨੂੰ ਸੀਟੀ ਦਾ ਨਾਮ ਦਿੱਤਾ ਹੈ। ਜਦੋਂ ਉਹ ਧੁਨੀ, ਉਹ ਸੀਟੀ ਨੂੰ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਡੀ ਰੂਹ 'ਤੇ ਜੋ ਆਤਮਾ 'ਤੇ ਤਰੰਗਾਂ ਪੈਂਦੀਆਂ ਹਨ ਅਤੇ ਆਵਾਜ਼ ਸੁਣਦੀ ਹੈ ਜੋ ਕਿ ਬਹੁਤ ਹੀ ਮਿੱਠੀ ਹੁੰਦੀ ਹੈ, ਜਿਸ ਵਿੱਚ ਬਹੁਤ ਜ਼ਿਆਦਾ ਆਨੰਦ ਹੁੰਦਾ ਹੈ। ਇਸ ਧੁਨੀ ਤੱਕ ਪਹੁੰਚਣ ਲਈ, ਸੀਟੀ ਤੱਕ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਸਾਨੂੰ। ਸੋ ਇਸ ਲਈ ਸਾਨੂੰ ਇਸ ਮੁਕਾਮ 'ਤੇ ਪਹੁੰਚਣ ਲਈ ਇਸ ਵਿੱਚ ਬੰਦਗੀ ਵਿੱਚ, ਭਗਤੀ ਵਿੱਚ ਮਗਨ ਹੋਣਾ ਪੈਂਦਾ ਹੈ। ਸਾਨੂੰ ਧਿਆਨ ਵਿੱਚ ਲੱਗਣਾ ਪੈਂਦਾ ਹੈ। ਧਿਆਨ ਵਿੱਚ ਫਿਰ ਉਹ ਸਾਡੀ ਰੂਹ ਉਸ ਧੁਨੀ ਅਨਹਦ ਨਾਦ ਜਾਂ ਸੀਟੀ ਨੂੰ ਸਪਰਸ਼ ਕਰਦੀ ਹੈ, ਸੁਣਦੀ ਹੈ। ਉਸ ਨੂੰ ਸਾਡੀ ਆਤਮਾ ਉਸ ਅਵਸਥਾ ਵਿੱਚ ਬਹੁਤ ਤਾਕਤਵਰ ਹੋ ਜਾਂਦੀ ਹੈ। ਸਾਡੀ ਆਤਮਾ, ਸਾਡੀ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ। ਫਿਰ ਸਾਡਾ 10ਵਾਂ ਦੁਆਰ ਖੁੱਲ੍ਹਦਾ ਹੈ। ਇਹ ਮੁਕਾਮ ਹੈ 10ਵੇਂ ਦੁਆਰ ਦਾ। ਤੁਸੀਂ ਸੁਣਿਆ ਹੋਵੇਗਾ ਕਿ 10ਵੇਂ ਦੁਆਰ ਬਾਰੇ ਕਈਆਂ ਦਾ ਖੁੱਲ੍ਹਦਾ ਹੈ, ਜਿਸ ਨੂੰ ਤੀਸਰੀ ਅੱਖ ਵੀ ਕਹਿੰਦੇ ਹਨ। ਸੋ ਜਦੋਂ ਉਹ ਮੁਕਾਮ ਪਹੁੰਚਦਾ ਹੈ, ਉਸ ਮੁਕਾਮ 'ਤੇ ਪਹੁੰਚਣਾ ਸੌਖਾ ਨਹੀਂ ਹੈ। ਸੋ ਸਾਨੂੰ ਅਭਿਆਸ ਕਰਨਾ ਚਾਹੀਦਾ ਹੈ। ਸਾਨੂੰ ਉਸ ਚੀਜ਼ ਨੂੰ ਮਹਿਸੂਸ ਕਰਨਾ ਚਾਹੀਦਾ ਹੈ, ਆਪਣਾ ਧਿਆਨ ਇੱਕ ਥਾਂ 'ਤੇ ਲਗਾ ਕੇ। ਸੋ ਉਸ ਨੂੰ ਮਹਿਸੂਸ ਕਰਨਾ ਹੀ ਬਹੁਤ ਵੱਡੀ ਗੱਲ ਹੈ। ਹੌਲੀ ਹੌਲੀ ਫਿਰ ਉਹ ਧਿਆਨ ਤੱਕ ਇਨਸਾਨ ਪਹੁੰਚਦਾ ਹੈ। ਸੋ 10ਵਾਂ ਦੁਆਰ ਖੁੱਲ੍ਹਦਾ ਹੈ, ਉਹ ਧੁਨੀ ਸੁਣਾਈ ਦਿੰਦੀ ਹੈ। ਔਰ ਦੂਸਰਾ ਤਰੀਕਾ ਇਸ ਦਾ ਇਹ ਹੈ ਕਿ, ਔਰ ਦੂਸਰਾ ਤਰੀਕਾ ਜੇਕਰ ਸਾਨੂੰ ਕਿਸੇ ਮੁਰਸ਼ਿਦ, ਪੀਰ, ਰਹਿਬਰ, ਸੰਤ ਦੀ ਮਿਹਰ ਹੋ ਜਾਵੇ ਤਾਂ ਉਹ ਜਲਦੀ ਹੀ ਬਿਨਾਂ ਮਿਹਨਤ ਤੋਂ ਉਸ ਮੁਕਾਮ ਤੱਕ ਪਹੁੰਚਾ ਦਿੰਦੇ ਹਨ। ਜੋ ਕਾਬਲ ਮੁਰਸ਼ਿਦ ਹੋਵੇਗਾ ਤੁਹਾਨੂੰ ਜਲਦੀ ਹੀ ਇਸ ਮੁਕਾਮ ਤੱਕ ਪਹੁੰਚਾ ਦੇਵੇਗਾ, ਪਰ ਸਾਨੂੰ ਆਪ ਨੂੰ ਵੀ ਮਿਹਨਤ ਕਰਨੀ ਪੈਂਦੀ ਹੈ। ਸੋ ਤੁਸੀਂ ਜਿਸ ਵੀ ਪੀਰ ਨੂੰ, ਪੈਗੰਬਰ ਨੂੰ, ਗੁਰੂ ਨੂੰ ਮੰਨਦੇ ਹੋ, ਔਰ ਉਸ ਦੇ ਨਾਮ ਦਾ ਜਾਪ ਕਰਨਾ ਪੈਂਦਾ ਹੈ। ਸੋ ਉਸ ਦੇ ਨਾਮ ਦਾ ਜਾਪ ਹੀ ਸਾਰੇ ਰਸਤੇ ਖੋਲ੍ਹੇਗਾ। ਜਿੰਨੇ ਗੁਰੂ, ਵਲੀ, ਪੀਰ, ਪੈਗੰਬਰ ਹੋਏ ਹਨ, ਸਭ ਨੇ ਜਾਪ ਕੀਤਾ ਹੈ। ਜਾਪ ਕਰਕੇ ਹੀ ਉਹਨਾਂ ਵਿੱਚ ਸ਼ਕਤੀਆਂ ਦਾ ਸੰਚਾਰ ਹੋਇਆ ਹੈ। ਵਾਰ-ਵਾਰ ਧਿਆਨ ਕਰਨਾ ਪਵੇਗਾ। ਹੌਲੀ ਹੌਲੀ ਉਸ ਮੁਕਾਮ 'ਤੇ ਅਸੀਂ ਪਹੁੰਚਾਂਗੇ। ਔਰ ਮਿਹਨਤ ਤੋਂ ਬਿਨਾਂ ਕੁਛ ਵੀ ਨਹੀਂ ਸਾਨੂੰ ਹਾਸਲ ਹੋ ਸਕਦਾ। ਸੋ ਸਾਨੂੰ ਉਸ ਵਾਸਤੇ ਬਹੁਤ ਵਾਰ-ਵਾਰ ਅਭਿਆਸ ਕਰਨ ਦੀ ਲੋੜ ਹੈ। ਜਦੋਂ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਮੁਕਾਮ 'ਤੇ ਪਹੁੰਚਦੇ ਹਾਂ ਤਾਂ ਹੌਲੀ ਹੌਲੀ ਜੋ ਅਨਹਦ ਨਾਮ, ਉਹ ਸੀਟੀ, ਉਹ ਧੁਨ ਅਸੀਂ ਸੁਣਦੇ ਹਾਂ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ। ਉਸ ਤੋਂ ਬਾਅਦ ਸਾਡਾ ਜੀਵਨ ਪਰਿਵਰਤਨ ਹੋਣ ਲੱਗਦਾ ਹੈ। ਇਸੇ ਨੂੰ ਹੀ ਸੁਰਤੀ ਕਹਿੰਦੇ ਹਨ, ਔਰ ਇਸੇ ਨੂੰ ਹੀ ਧਿਆਨ ਕਹਿੰਦੇ ਹਨ। ਸ਼ੁਰੂ ਦੇ ਵਿੱਚ ਸਾਨੂੰ ਟਾਈਮ ਲੱਗੇਗਾ। ਜੇਕਰ ਅਸੀਂ ਸਫਲ ਹੋ ਜਾਂਦੇ ਹਾਂ ਇਸ ਚੀਜ਼ ਵਿੱਚ ਤਾਂ ਬਾਅਦ ਵਿੱਚ ਜਦੋਂ ਇੱਕ ਵਾਰੀ ਧਿਆਨ ਖੁੱਲ੍ਹ ਜਾਂਦਾ ਹੈ ਤਾਂ ਉਸ ਵਾਸਤੇ ਮਿਹਨਤਾਂ ਵੀ ਕਰਨੀਆਂ ਪੈਂਦੀਆਂ ਹਨ। ਕਈਆਂ ਦਾ ਜਲਦੀ ਖੁੱਲ੍ਹ ਜਾਂਦਾ ਹੈ, ਪਰ ਜਦੋਂ ਕਿਸੇ ਕਾਬਲ ਮੁਰਸ਼ਿਦ, ਪੈਗੰਬਰ ਦੀ, ਸੰਤ ਦੀ ਰਹਿਮਤ ਨਾਲ ਸਾਡਾ ਜੋ 10ਵਾਂ ਦੁਆਰ ਖੁੱਲ੍ਹਦਾ ਹੈ, ਸੋ ਸਾਨੂੰ ਥੋੜ੍ਹੀ ਹੀ ਮਿਹਨਤ ਨਾਲ ਉਹ ਸਾਡਾ 10ਵਾਂ ਦੁਆਰ ਖੋਲ੍ਹ ਦਿੰਦੇ ਹਨ। ਸਾਨੂੰ ਉਸ ਮੁਕਾਮ ਤੱਕ ਪਹੁੰਚਾ ਦਿੰਦੇ ਹਨ, ਉਸ ਸੀਟੀ ਅਨਹਦ ਤੱਕ ਪਹੁੰਚਾ ਦਿੰਦੇ ਹਨ। ਸੋ ਉਹਨਾਂ ਦੀ ਰਹਿਮਤ ਤੋਂ ਬਾਅਦ ਫਿਰ ਜਦ ਵੀ ਅਸੀਂ ਧਿਆਨ ਵਿੱਚ ਬੈਠਦੇ ਹਾਂ ਤਾਂ ਬਹੁਤਾ ਟਾਈਮ ਨਹੀਂ ਲੱਗਦਾ। ਬਾਅਦ ਵਿੱਚ 1 ਸੈਕਿੰਡ, 2 ਸੈਕਿੰਡ, ਅੱਧੇ ਮਿੰਟ, 1 ਮਿੰਟ ਦੇ ਵਿੱਚ ਹੀ ਸੋ ਅਸੀਂ ਧਿਆਨ ਵਿੱਚ ਪਹੁੰਚ ਜਾਂਦੇ ਹਾਂ। ਕਿਉਂਕਿ ਬਾਅਦ ਵਿੱਚ ਪਿੱਛੇ ਉਹ ਪਾਵਰ ਜਿਸ ਦਾ ਅਸੀਂ ਜਾਪ ਕੀਤਾ ਹੈ, ਉਸ ਦੀ ਹੀ ਖੇਡ ਹੈ। ਉਹੀ ਸਾਨੂੰ ਫਿਰ ਅੱਗੇ ਲੈ ਕੇ ਜਾਂਦੀ ਹੈ। ਸੋ ਜਾਪ ਤੋਂ ਬਾਅਦ ਉਹੀ ਸ਼ਕਤੀ ਫਿਰ ਸਾਨੂੰ
ਹੋਰ ਵੀ ਬਹੁਤ ਕੁਝ ਚਾਨਣ ਕਰਾਉਂਦੀ ਹੈ। ਸੋ ਇਹ ਸਭ ਗੁਰੂ ਪੀਰ ਰਹਿਬਰ ਸੰਤ ਦੀ ਮਿਹਰ ਨਾਲ ਹੁੰਦਾ ਹੈ। ਸੋ ਕੁਛ ਆਪਣੀ ਮਿਹਨਤ ਨਾਲ ਵੀ ਹੁੰਦਾ ਹੈ। ਜਦੋਂ ਸੰਤ ਰਹਿਬਰ ਸਾਨੂੰ ਮਿਲ ਜਾਂਦੇ ਹਨ ਜਾਂ ਉਹ ਸਾਨੂੰ ਰਸਤਾ ਦਿੰਦੇ ਹਨ ਤਾਂ ਉਹ ਥੋੜ੍ਹੀ ਮਿਹਨਤ ਵਿੱਚ ਜਲਦੀ ਸਾਡਾ ਜੋ 10ਵਾਂ ਦੁਆਰ ਹੈ ਖੋਲ੍ਹ ਦਿੰਦੇ ਹਨ। ਔਰ ਉਹ ਜੋ ਧੁਨੀ ਹੈ, ਸਵਰ ਹੈ, ਅਨਹਦ ਨਾਦ ਹੈ, ਉਹ ਸੀਟੀ ਹੈ, ਉਹ ਆਪਾਂ ਸੁਣਦੇ ਹਾਂ। ਸੋ ਇਹ ਕਿਸੇ ਲਈ ਵੀ ਔਖਾ ਕੰਮ ਨਹੀਂ ਹੈ। ਸੋ ਵਾਰ-ਵਾਰ ਸਾਨੂੰ ਅਭਿਆਸ ਕਰਨਾ ਚਾਹੀਦਾ ਹੈ। ਸੋ ਵਾਰ-ਵਾਰ ਜਦੋਂ ਆਪਾਂ ਅਭਿਆਸ ਕਰਾਂਗੇ, ਮਿਹਨਤ ਕਰਾਂਗੇ ਤਾਂ ਹੌਲੀ-ਹੌਲੀ ਆਪਾਂ ਜ਼ਰੂਰ ਕਾਮਯਾਬ ਹੋਵਾਂਗੇ। ਜਦੋਂ ਤੁਸੀਂ ਆਪਣੇ ਕਿਸੇ ਪੀਰ ਪੈਗੰਬਰ ਦੀ, ਗੁਰੂ ਦੀ ਭਗਤੀ ਕਰਦੇ ਹੋ, ਉਸ ਦੇ ਨਾਮ ਦਾ ਜਾਪ ਕਰਦੇ ਹੋ, ਤਾਂ ਜਦੋਂ ਉਸ ਦੇ ਨਾਮ ਦਾ ਜਾਪ ਤੁਸੀਂ ਕਰਨਾ ਹੈ ਤਾਂ ਇੱਕ ਇਕਾਂਤ ਜਗ੍ਹਾ ਵਿੱਚ ਤੁਹਾਨੂੰ ਬੈਠਣਾ ਪਵੇਗਾ। ਵੱਖਰਾ ਕਮਰਾ ਹੋਵੇ ਜਾਂ ਉੱਥੇ ਇੰਨੀ ਸ਼ਾਂਤੀ ਹੋਵੇ ਕਿ ਤੁਸੀਂ ਇਕੱਲੇ ਹੋਵੋ। ਔਰ ਤੁਸੀਂ ਫਿਰ ਕੋਸ਼ਿਸ਼ ਕਰਨੀ ਹੈ ਕਿ ਉਸ ਦੇ ਨਾਮ ਦਾ ਜਾਪ ਕਰਨਾ ਹੈ। ਅੱਖਾਂ ਬੰਦ ਕਰਕੇ, ਮੂੰਹ ਬੰਦ ਹੋਣਾ ਚਾਹੀਦਾ ਹੈ। ਔਰ ਤੁਸੀਂ ਆਪਣੇ ਮਨ ਦੇ ਅੰਦਰ ਉਹ ਜਾਪ ਕਰਨਾ ਹੈ। ਔਰ ਜਾਪ ਜਦੋਂ ਤੁਸੀਂ ਲਗਾਤਾਰ ਕਰਨਾ ਹੈ ਤਾਂ ਤੁਹਾਡਾ ਮਨ ਇੱਧਰ ਉੱਧਰ ਜਾਣਾ ਹੈ, ਹੋਰ ਪਾਸੇ ਭਟਕ ਕੇ ਜਾਵੇਗਾ, ਹੋਰ ਸੋਚਾਂ ਵਿੱਚ ਚਲਾ ਜਾਵੇਗਾ। ਤੁਸੀਂ ਫਿਰ ਕੋਸ਼ਿਸ਼ ਕਰਨੀ ਹੈ ਉਸ ਨੂੰ ਵਾਪਸ ਲੈ ਕੇ ਆਉਣਾ ਹੈ। ਫਿਰ ਧਿਆਨ ਕਰਨ ਦੀ ਕੋਸ਼ਿਸ਼ ਕਰਨੀ ਹੈ, ਧਿਆਨ ਲਾਉਣਾ ਹੈ। ਸੋ ਉਸ ਤੋਂ ਬਾਅਦ ਫਿਰ ਤੁਹਾਡਾ ਮਨ ਇੱਧਰ ਉੱਧਰ ਜਾਵੇਗਾ। ਸੋ ਉਸ ਨੂੰ ਵਾਰ-ਵਾਰ ਲੈ ਕੇ ਆਓ, ਇੱਕ ਜਗ੍ਹਾ 'ਤੇ ਇਕਾਗਰ ਕਰੋ। ਸੋ ਇਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰੋ ਤਾਂ ਤੁਹਾਨੂੰ ਥੋੜ੍ਹੇ ਦਿਨਾਂ ਦੇ ਵਿੱਚ ਹੀ, 1-2 ਦਿਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਜਦੋਂ ਇਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰੋਗੇ, ਵਾਰ-ਵਾਰ ਮਨ ਨੂੰ ਕਾਬੂ ਕਰੋਗੇ, ਉਸ ਨੂੰ ਸਾਂਭੋਗੇ ਔਰ ਧਿਆਨ ਵਿੱਚ ਲਾਓਗੇ ਤਾਂ ਹੌਲੀ-ਹੌਲੀ ਤੁਹਾਨੂੰ ਆਪਣੇ ਆਪ 'ਚ ਇੱਕ ਪ੍ਰਤੀਕਿਰਿਆ ਜੋ ਮਹਿਸੂਸ ਹੋਵੇਗੀ ਕਿ ਤੁਹਾਨੂੰ ਕੁਝ ਮਹਿਸੂਸ ਹੋਵੇਗਾ। ਔਰ ਜੋ ਤੁਸੀਂ ਜਾਪ ਕਰ ਰਹੇ ਹੋ ਔਰ ਤੁਹਾਨੂੰ ਕੰਨਾਂ ਦੇ ਵਿੱਚ ਸੁਣਾਈ ਦੇਵੇਗਾ। ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਹਨ ਔਰ ਅੱਖਾਂ ਦੀ ਊਰਜਾ ਖਤਮ ਨਹੀਂ ਕਰਨੀ। ਸੋ ਸਾਰਾ ਜ਼ੋਰ ਕੰਨਾਂ 'ਤੇ ਲਾਉਣਾ ਹੈ ਔਰ ਧਿਆਨ 'ਤੇ ਲਾਉਣਾ ਹੈ ਤਾਂ ਤੁਹਾਨੂੰ ਹੌਲੀ-ਹੌਲੀ ਮਿਹਨਤ ਕਰਨ ਦੇ ਨਾਲ ਉਹ ਧੁਨ ਸੁਣਾਈ ਦੇਵੇਗੀ। ਸੋ ਜਦੋਂ ਇਨਸਾਨ ਉਸ ਧੁਨ, ਉਸ ਅਨਹਦ ਨਾਦ ਤੱਕ ਪਹੁੰਚ ਜਾਂਦਾ ਹੈ ਤਾਂ ਉਸ ਦੇ ਬਹੁਤ ਜ਼ਿਆਦਾ ਰਸਤੇ ਖੁੱਲ੍ਹ ਜਾਂਦੇ ਹਨ। ਸੋ ਉਸ ਦਾ ਚਾਨਣ ਹੋ ਜਾਂਦਾ ਹੈ ਉਸ ਨੂੰ ਸਾਰਾ। ਸੋ ਉਸੇ ਹੀ ਵਿਧੀ ਨਾਲ ਜਦੋਂ ਉਸ ਦਾ 10ਵਾਂ ਦੁਆਰ ਖੁੱਲ੍ਹ ਜਾਂਦਾ ਹੈ, ਉਹ ਅਨਹਦ ਨਾਦ ਨੂੰ ਸੁਣ ਲੈਂਦਾ ਹੈ, ਸੀਟੀ ਨੂੰ ਸੁਣ ਲੈਂਦਾ ਹੈ, ਤਾਂ ਫਿਰ ਉਹ ਬੈਠਾ ਬੈਠਾ ਹਰ ਥਾਂ 'ਤੇ ਘੁੰਮ ਲੈਂਦਾ ਹੈ। ਸੋ ਤੁਸੀਂ ਕਈ ਪੀਰ ਫਕੀਰ ਦੇਖੇ ਹੋਣਗੇ, ਸੋ ਇੱਕ ਜਗ੍ਹਾ 'ਤੇ ਬੈਠੇ ਹੁੰਦੇ ਹਨ ਔਰ ਖਬਰਾਂ ਉਹਨਾਂ ਨੂੰ ਚਾਰੇ ਪਾਸੇ ਦੀਆਂ ਹੁੰਦੀਆਂ ਹਨ। ਸੋ ਉਸ ਨੂੰ 10ਵਾਂ ਦੁਆਰ ਕਹਿੰਦੇ ਹਨ। ਉਸ ਦੁਆਰ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਸੋ ਉਹ 10ਵਾਂ ਦੁਆਰ ਉਦੋਂ ਹੀ ਖੁੱਲ੍ਹਦਾ ਹੈ ਜਦੋਂ ਉਹ ਸਾਨੂੰ ਧੁਨ ਸੁਣਾਈ ਦਿੰਦੀ ਹੈ। ਸੋ ਇੱਕ ਵਾਰੀ ਜਦੋਂ ਸੁਣ ਜਾਂਦੀ ਹੈ ਤਾਂ ਫਿਰ ਹੌਲੀ-ਹੌਲੀ ਸਾਡੇ ਰਸਤੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਹਨ। ਸੋ ਇਹ ਸਾਰਾ ਅਸਰ ਉਸ ਸ਼ਕਤੀ ਦਾ ਹੈ, ਉਸ ਜਾਪ ਦਾ ਹੈ ਜੋ ਆਪਾਂ ਲਗਾਤਾਰ ਕਰਦੇ ਹਾਂ। ਜਦੋਂ ਉਹ ਜਾਪ ਅਸੀਂ ਲਗਾਤਾਰ ਕਰੀ ਜਾਵਾਂਗੇ ਤਾਂ ਉਸੇ ਜਾਪ ਤੋਂ ਜੋ ਸਾਨੂੰ ਸ਼ਕਤੀ ਮਿਲਦੀ ਹੈ, ਉਹ ਜਿਸ ਦਾ ਵੀ ਜਾਪ ਹੈ ਉਹੀ ਪਾਵਰ ਹੁੰਦੀ ਹੈ, ਪਿੱਛੇ ਉਹੀ ਕੰਮ ਕਰਦੀ ਹੈ। ਸੋ ਦੋਸਤੋ, ਕੋਸ਼ਿਸ਼ ਕਰੋ ਕਿ ਜੋ ਵੀ ਮੁਰਸ਼ਦ ਤੁਸੀਂ ਚੁਣੋਗੇ, ਰਹਿਬਰ ਚੁਣੋਗੇ, ਅਗਰ ਸਹੀ ਹੋਵੇਗਾ ਤਾਂ ਤੁਹਾਨੂੰ ਥੋੜ੍ਹੇ ਹੀ ਦਿਨਾਂ ਦੇ ਵਿੱਚ, ਕੁਛ ਹੀ ਦਿਨਾਂ ਦੇ ਵਿੱਚ ਤੁਹਾਡਾ ਤਲਬ ਜਾਰੀ ਕਰ ਦੇਵੇਗਾ ਔਰ ਤੁਹਾਨੂੰ ਉਸ ਪਾਸੇ ਵੱਲ, ਉਸ ਦੇ ਰਾਹ ਤੁਹਾਡੇ ਖੋਲ੍ਹ ਦੇਵੇਗਾ। ਉਸ ਦਾ ਸਹੀ ਮੁਰਸ਼ਦ ਚੁਣਨਾ ਤੁਹਾਡੇ ਹੱਥ ਹੈ ਕਿ ਸਾਨੂੰ ਆਪਣੇ ਆਪ ਨੂੰ ਸਮਝ ਹੋਣੀ ਚਾਹੀਦੀ ਹੈ। ਸਾਨੂੰ ਦੇਖਣਾ ਚਾਹੀਦਾ ਹੈ ਕਿ ਉਹ ਸਹੀ ਹੈ, ਉਸ ਦੇ ਪਿੱਛੇ ਪਾਵਰ ਹੈ ਕਿ ਉਹ ਤੁਹਾਡਾ ਤਲਬ ਜਗਾ ਸਕਦਾ ਹੈ, ਤੁਹਾਨੂੰ ਉਸ ਪਾਸੇ ਵੱਲ ਲਾ ਸਕਦਾ ਹੈ। ਸੋ ਤੁਸੀਂ ਆਪਣੀ ਮਿਹਨਤ ਨਾਲ ਵੀ ਇਸ ਮੁਕਾਮ ਤੱਕ ਪਹੁੰਚ ਸਕਦੇ ਹੋ। ਸੋ ਤੁਹਾਨੂੰ ਆਪ ਮਿਹਨਤ ਕਰਨੀ ਪਵੇਗੀ ਇਸ ਮੁਕਾਮ ਤੱਕ ਪਹੁੰਚਣ ਲਈ। ਸੋ ਅਗਲੀ ਵੀਡੀਓ ਆਪਾਂ ਇਸੇ ਚੀਜ਼ ਨੂੰ ਲੈ ਕੇ ਫਿਰ ਕਦੇ ਜੋ ਵੀਡੀਓ ਲੈ ਕੇ ਆਵਾਂਗੇ, ਸੋ ਇਸ ਚੀਜ਼ ਨੂੰ ਲੈ ਕੇ ਆਵਾਂਗੇ ਕਿ ਉਸ ਨੂੰ ਆਪਾਂ ਕਿੱਦਾਂ ਧਿਆਨ ਵਿੱਚ ਜਾ ਸਕਦੇ ਹਾਂ, ਕਿੱਦਾਂ ਉਸ ਦੀ ਸ਼ੁਰੂਆਤ ਹੈ ਔਰ ਕੀ ਕੁਝ ਉਸ ਵਿੱਚ ਮਹਿਸੂਸ ਹੁੰਦਾ ਹੈ। ਸੋ ਦੋਸਤੋ ਸਲਾਮ, ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ। ਔਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ। ਔਰ ਤਾਂ ਜੋ ਜਿਨ੍ਹਾਂ ਨੂੰ ਇਹ ਗੱਲ ਕਈਆਂ ਨੇ ਸੁਣੀ ਸੀ ਕਿ ਸੁਣੇ ਅੜੀਏ ਕੰਨ ਲਾ ਕੇ ਸੀਟੀ ਸੱਜਣਾ ਦੀ, ਪਰ ਸੀਟੀ ਇਹ ਫਕੀਰ ਲੋਕਾਂ ਨੂੰ ਵੀ ਪਤਾ ਸੀ ਕਿ ਕਿਹੜੀ ਸੀਟੀ ਹੈ। ਸੋ ਇਸ ਕਰਕੇ ਮੈਂ ਇਸ ਵੀਡੀਓ ਨੂੰ ਬਣਾਉਣਾ ਜ਼ਰੂਰੀ ਸਮਝਿਆ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਹੈ,
ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ ਸਿਟੀ ਕਿਹੜੀ ਹੈ। ਔਰ ਜੋ ਇਸ ਲਾਈਨ ਵਿੱਚ ਹਨ, ਫਕੀਰੀ ਲਾਈਨ ਵਿੱਚ ਜਾਂ ਪੀਰਾਂ ਨੂੰ ਮੰਨਦੇ ਹਨ, ਕਈਆਂ ਨੂੰ ਤਾਂ ਪਤਾ ਸੀ ਔਰ ਕਈਆਂ ਨੂੰ ਨਹੀਂ ਸੀ ਪਤਾ। ਸੋ ਅੱਜ ਅਸੀਂ ਤੁਹਾਡੇ ਰੂਬਰੂ ਕੀਤੀ ਹੈ ਸਿਟੀ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।